ਡੀਅਰ ਸਟੂਡੈਂਟਸ, ਇਸ ਕੁਐਸਚਨ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਸੇ ਰਾਜ ਦੀ ਵਿਧਾਨ ਸਭਾ ਕੋਲ ਕੀ ਸ਼ਕਤੀਆਂ ਹੁੰਦੀਆਂ ਨੇ, ਕਿਹੜੇ ਕੰਮ ਰਾਜ ਦੀ ਵਿਧਾਨ ਸਭਾ ਕਰਦੀ ਆ। ਅਸੀਂ ਜਾਣਦੇ ਹਾਂ ਕਿ ਵਿਧਾਨ ਸਭਾ ਰਾਜ ਦਾ ਵਿਧਾਨਕੀ ਅੰਗ ਹੁੰਦੀ ਆ, ਰਾਜ ਦੀ ਸਰਕਾਰ ਦਾ। ਇਸ ਲਈ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਵਿਧਾਨ ਸਭਾ ਦੀਆਂ ਵਿਧਾਨਕੀ ਸ਼ਕਤੀਆਂ। ਸਭ ਤੋਂ ਪਹਿਲਾਂ ਤਾਂ ਰਾਜ ਦੀਆਂ ਵਿਧਾਨਕੀ ਸ਼ਕਤੀਆਂ ਕੀ ਹੁੰਦੀਆਂ ਨੇ, ਰਾਜ ਕਿਹੜੇ ਵਿਸ਼ਿਆਂ ਦੇ ਕਾਨੂੰਨ ਬਣਾ ਸਕਦਾ ਹੈ, ਕਿਉਂਕਿ ਸਾਡੇ ਤੇ ਦੋ ਸਰਕਾਰਾਂ ਨੇ ਸੰਘੀ ਪ੍ਰਣਾਲੀ ਹੋਣ ਕਰਕੇ ਆਪਣੇ ਰਾਜ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ। ਫਿਰ ਰਾਜ ਜਿਹੜੇ ਵਿਸ਼ਿਆਂ ਦੇ ਕਾਨੂੰਨ ਬਣਾ ਸਕਦਾ, ਨੈਚੁਰਲ ਹੈ ਕਿ ਰਾਜ ਦੀ ਵਿਧਾਨ ਸਭਾ ਵੀ ਉਹਨਾਂ ਵਿਸ਼ਿਆਂ ਤੇ ਹੀ ਕਾਨੂੰਨ ਬਣਾ ਸਕੇਗੀ। ਕਿਹੜੇ ਵਿਸ਼ਿਆਂ ਤੇ ਕੇਂਦਰ ਸਰਕਾਰ ਕਾਨੂੰਨ ਬਣਾਏਗੀ, ਕਿਹੜੇ ਵਿਸ਼ਿਆਂ ਦੇ ਰਾਜ ਸਰਕਾਰ ਕਾਨੂੰਨ ਬਣਾਏਗੀ। ਪਹਿਲਾਂ ਇਸ ਮਕਸਦ ਲਈ ਵਿਸ਼ਿਆਂ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ। ਸਾਡੇ ਸੰਵਿਧਾਨ ਦੇ ਵਿੱਚ 3 ਸੂਚੀਆਂ ਬਣੀਆਂ ਹੋਈਆਂ ਨੇ। ਪਹਿਲੀ ਸੂਚੀ ਹੈ ਸੰਘੀ ਸੂਚੀ, ਜਿਹਦੇ ਵਿੱਚ ਨੈਸ਼ਨਲ ਇੰਪੋਰਟੈਂਸ ਦੇ 97 ਸਬਜੈਕਟਸ ਨੇ। ਇਹਨਾਂ ਵਿੱਚ ਮੁੱਖ ਵਿਸ਼ੇ ਨੇ ਰੱਖਿਆ, ਪਰਮਾਣੂ ਊਰਜਾ, ਸੰਯੁਕਤ ਰਾਸ਼ਟਰ, ਨਾਗਰਿਕਤਾ, ਰੇਲਵੇ, ਡਾਕਤਾਰ ਵਗੈਰਾ। ਇਹਨਾਂ ਵਿਸ਼ਿਆਂ ਸੰਬੰਧੀ ਕਿਸੇ ਕਾਨੂੰਨ ਦਾ ਨਿਰਮਾਣ ਕੀਤਾ ਜਾਣਾ ਤਾਂ ਸਾਡੀ ਸੰਸਦ ਕਰ ਸਕਦੀ ਹੈ। ਰਾਜ ਇਸ ਸੰਬੰਧੀ ਕੋਈ ਕਾਨੂੰਨ ਨਹੀਂ ਬਣਾ ਸਕਦਾ। ਦੂਜੀ ਸੂਚੀ ਹੈ ਸਾਡੀ ਸਟੇਟ ਲਿਸਟ, ਰਾਜ ਸੂਚੀ। ਇਹਦੇ ਵਿੱਚ ਲੋਕਲ ਇੰਪੋਰਟੈਂਸ ਵਾਲੇ 66 ਸਬਜੈਕਟਸ ਨੇ। ਇਹਨਾਂ ਵਿਸ਼ਿਆਂ ਸੰਬੰਧੀ ਕਿਸੇ ਵੀ ਵਿਸ਼ੇ ਬਾਰੇ ਕਾਨੂੰਨ ਬਣਾਉਣਾ ਹੋਵੇ ਤਾਂ ਰਾਜ ਬਣਾ ਸਕਦਾ, ਕੇਂਦਰ ਸਰਕਾਰ ਜਾਂ ਸੰਸਦ ਨਹੀਂ ਬਣਾ ਸਕਦੀ। ਇਹਨਾਂ ਵਿੱਚ ਮੁੱਖ ਵਿਸ਼ੇ ਨੇ ਕਾਨੂੰਨ ਵਿਵਸਥਾ, ਪੁਲਿਸ, ਜੇਲ੍ਹਾਂ, ਜਨਤਕ ਸਿਹਤ, ਖੇਤੀਬਾੜੀ, ਮੱਛੀ ਪਾਲਣ ਆਦਿ। ਸਾਡੀ ਇੱਕ ਤੀਜੀ ਸੂਚੀ ਵੀ ਹੈ ਸਮਵਰਤੀ ਸੂਚੀ, ਜਿਹਦੇ ਵਿੱਚ 47 ਸਬਜੈਕਟਸ ਨੇ, ਜਿਨ੍ਹਾਂ ਵਿੱਚੋਂ ਮੁੱਖ ਨੇ ਦੰਡ ਸਹਾਇਤਾ, ਵਿਆਹ ਤਲਾਕ, ਨਿਆਂ ਲਾਗੂ ਕਰਨਾ, ਜੰਗਲਾਤ, ਆਬਾਦੀ, ਸਿੱਖਿਆ ਆਦਿ। ਇਹ ਸਮਵਰਤੀ ਸੂਚੀ ਹੈ ਜਿਹੜੀ ਇਸ ਸੰਬੰਧੀ ਸੰਸਦ ਵੀ ਕਾਨੂੰਨ ਬਣਾ ਸਕਦੀ ਹੈ। ਰਾਜਾਂ ਦਾ ਅਧਿਕਾਰ ਖੇਤਰ ਵੀ ਇਹਦੇ ਤੱਕ ਹੁੰਦਾ ਹੈ। ਸੰਸਦ ਵੀ ਕਾਨੂੰਨ ਬਣਾ ਸਕਦੀ ਹੈ, ਕਿਸੇ ਰਾਜ ਦਾ ਵਿਧਾਨ ਮੰਡਲ ਵੀ ਕਾਨੂੰਨ ਬਣਾ ਸਕਦਾ। ਪਰੰਤੂ ਜੇ ਕੋਈ ਕਾਨੂੰਨ ਐਸਾ ਹੈ ਜਿਹੜਾ ਰਾਜ ਦੇ ਵਿਧਾਨ ਮੰਡਲ ਨੇ ਵੀ ਬਣਾਤਾ, ਸੰਸਦ ਨੇ ਵੀ ਬਣਾਤਾ, ਤੇ ਉਹਦਾ ਕੁਝ ਹਿੱਸਾ ਜਿਹੜਾ ਓਵਰਲੈਪ ਕਰਦਾ, ਭਾਵ ਕਿਸੇ ਵਿਸ਼ੇ ਸੰਬੰਧੀ ਦੋਹਾਂ ਨੇ ਪ੍ਰੋਵੀਜ਼ਨ ਕਰਤੀ, ਰਾਜ ਵਿਧਾਨ ਮੰਡਲ ਨੇ ਵੀ ਔਰ ਸੰਸਦ ਨੇ ਵੀ, ਤੇ ਉਹ ਵਿਵਸਥਾ ਇੱਕ ਦੂਜੇ ਦੇ ਵਿਰੁੱਧ ਹੈ। ਇੱਕ ਕਾਨੂੰਨ ਵਿੱਚ ਕੋਈ ਹੋਰ ਵਿਵਸਥਾ, ਦੂਜੇ ਕਾਨੂੰਨ ਵਿੱਚ ਕੋਈ ਹੋਰ ਵਿਵਸਥਾ। ਫਿਰ ਜਿਸ ਹੱਦ ਤੱਕ ਓਵਰਲੈਪਿੰਗ ਹੈ, ਅਸੀਂ ਇਸ ਡਾਇਗਰਾਮ ਦੇ ਵਿੱਚ ਇੰਨਾ ਕੁ ਹਿੱਸਾ ਕਹਿ ਸਕਦੇ ਹਾਂ, ਜਿਸ ਹੱਦ ਤੱਕ ਓਵਰਲੈਪਿੰਗ ਹੈ ਉਸ ਹੱਦ ਤੱਕ ਰਾਜ ਦਾ ਕਾਨੂੰਨ ਹੈ ਜਿਹੜਾ ਉਹ ਅਣਪ੍ਰਭਾਵੀ ਹੋ ਜਾਂਦਾ, ਕੇਂਦਰ ਦਾ ਕਾਨੂੰਨ ਜਾਂ ਸੰਸਦ ਦਾ ਬਣਾਇਆ ਕਾਨੂੰਨ ਲਾਗੂ ਹੁੰਦਾ। ਬਾਕੀ ਰਾਜ ਦਾ ਕਾਨੂੰਨ ਵੀ ਚੱਲਦਾ ਰਹਿੰਦਾ, ਪਰ ਜਿੱਥੋਂ ਤੱਕ ਓਵਰਲੈਪਿੰਗ ਹੈ, ਦੋਨਾਂ ਕਾਨੂੰਨਾਂ ਦੇ ਵਿੱਚ ਕੋਈ ਆਪਸ ਦੇ ਵਿੱਚ ਵਿਰੋਧਤਾ ਹੈ, ਸੰਸਦੀ ਕਾਨੂੰਨ ਔਰ ਰਾਜ ਦੇ ਕਾਨੂੰਨ ਵਿੱਚ, ਉਸ ਹੱਦ ਤੱਕ ਰਾਜ ਦਾ ਕਾਨੂੰਨ ਅਣਪ੍ਰਭਾਵੀ ਹੋ ਕੇ ਕੇਂਦਰ ਦਾ ਕਾਨੂੰਨ, ਸੰਸਦ ਦਾ ਕਾਨੂੰਨ ਲਾਗੂ ਹੁੰਦਾ। ਇਹ ਹੈ ਵਿਸ਼ਿਆਂ ਦੀ ਵੰਡ, ਵਿਧਾਨਕੀ ਸ਼ਕਤੀਆਂ ਦੀ ਵੰਡ, ਰਾਜ ਔਰ ਕੇਂਦਰ ਵਿਚਕਾਰ, ਰਾਜਾਂ ਔਰ ਕੇਂਦਰ ਵਿਚਕਾਰ। ਫਿਰ ਜਿਹੜੇ ਵਿਸ਼ੇ ਰਾਜਾਂ ਕੋਲ ਆਏ ਨੇ ਕਾਨੂੰਨ ਬਣਾਉਣ ਲਈ, ਉਹਨਾਂ ਵਿੱਚ ਰਾਜ ਕਾਨੂੰਨ ਕਿਵੇਂ ਬਣਾਉਂਦਾ, ਵਿਧਾਨ ਸਭਾ ਦੀ ਪੋਜੀਸ਼ਨ ਕੀ ਆ। ਸਾਡੇ ਕੋਲ 2 ਤਰ੍ਹਾਂ ਦੀਆਂ ਪੋਸੀਬਿਲਿਟੀ ਹੋ ਸਕਦੀਆਂ ਨੇ। ਇੱਕ ਉਹ ਰਾਜ ਜਿੱਥੇ ਵਿਧਾਨ ਪਰਿਸ਼ਦ ਨਾ ਹੋਵੇ, ਜਿੱਥੇ ਸਿਰਫ ਵਿਧਾਨ ਸਭਾ ਤੇ ਰਾਜਪਾਲ ਹੀ ਹੋਣ। ਅਜਿਹੇ ਰਾਜ ਦੇ ਵਿੱਚ ਕਾਨੂੰਨ ਕਿਵੇਂ ਬਣਦਾ, ਜਿਹੜੇ ਵਿਸ਼ਿਆਂ ਸੰਬੰਧੀ ਰਾਜ ਕੋਲ ਕਾਨੂੰਨ ਬਣਾਉਣ ਦੀ ਸ਼ਕਤੀ ਹੈ, ਉਹਨਾਂ ਵਿਸ਼ਿਆਂ ਸੰਬੰਧੀ ਰਾਜ ਦੀ ਵਿਧਾਨ ਸਭਾ ਬਿੱਲ ਪਾਸ ਕਰਕੇ ਰਾਜਪਾਲ ਕੋਲ ਭੇਜਦੀ ਹੈ। ਰਾਜਪਾਲ ਉਸ 'ਤੇ ਆਪਣੇ ਹਸਤਾਖਰ ਕਰ ਦਿੰਦਾ ਹੈ ਤਾਂ ਉਹ ਬਿੱਲ ਉਸ ਰਾਜ ਦਾ ਕਾਨੂੰਨ ਬਣ ਜਾਂਦਾ ਹੈ। ਇਸ ਤਰ੍ਹਾਂ ਜਿੱਥੇ ਵਿਧਾਨ ਪਰਿਸ਼ਦ ਨਾ ਹੋਵੇ ਉੱਥੇ ਕਾਨੂੰਨ ਨਿਰਮਾਣ ਦਾ ਕੰਮ ਬਹੁਤਾ ਕੰਪਲੀਕੇਟਡ ਨਹੀਂ ਹੈ। ਪਰੰਤੂ ਕੁਝ ਰਾਜ ਐਸੇ ਨੇ ਸਾਡੇ ਜਿਨ੍ਹਾਂ ਵਿੱਚ ਵਿਧਾਨ ਸਭਾ ਦੇ ਨਾਲ ਦੂਸਰਾ ਸਦਨ ਵੀ ਹੈ, ਜਿਸ ਨੂੰ ਵਿਧਾਨ ਪਰਿਸ਼ਦ ਕਹਿੰਦੇ ਹਾਂ। ਵਿਧਾਨ ਪਰਿਸ਼ਦ ਦੇ ਵਿੱਚ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ 2 ਅੰਗ ਹੋ ਜਾਂਦੇ ਨੇ, 2 ਸਦਨ ਹੋ ਜਾਂਦੇ ਨੇ, ਪਰੰਤੂ ਦੋਹਾਂ ਦੀਆਂ ਸ਼ਕਤੀਆਂ ਬਰਾਬਰ ਨਹੀਂ ਹੈ। ਜੇ ਅਸੀਂ ਮੰਨ ਲਈਏ ਕਿ ਵਿਧਾਨ ਪਰਿਸ਼ਦ ਨੇ ਕੋਈ ਕਾਨੂੰਨ ਪਾਸ ਕੀਤਾ, ਵਿਧਾਨ ਸਭਾ ਨੇ ਰੱਦ ਕਰਤਾ, ਤਾਂ ਉਹ ਕਾਨੂੰਨ ਉੱਥੇ ਹੀ ਖਤਮ ਹੋ ਜਾਂਦਾ। ਪਰੰਤੂ ਜੇ ਕੋਈ ਕਾਨੂੰਨ ਵਿਧਾਨ ਸਭਾ ਨੇ ਪਾਸ ਕੀਤਾ ਤਾਂ ਵਿਧਾਨ ਪਰਿਸ਼ਦ ਉਹਨੂੰ ਇਸ ਤਰ੍ਹਾਂ ਰੱਦ ਨਹੀਂ ਕਰ ਸਕਦੀ। ਆਓ ਦੇਖਦੇ ਹਾਂ ਅਸੀਂ ਕੀ ਹੋ ਸਕਦਾ ਐਸੇ ਕਾਨੂੰਨ 'ਤੇ। ਜੇ ਅਸੀਂ ਮੰਨ ਲਈਏ ਕਿ 1 ਜਨਵਰੀ ਨੂੰ ਬਿੱਲ ਪਾਸ ਕਰਕੇ ਵਿਧਾਨ ਸਭਾ ਨੇ ਵਿਧਾਨ ਪਰਿਸ਼ਦ ਨੂੰ ਭੇਜ ਦਿੱਤਾ, ਤਾਂ ਫਿਰ ਵਿਧਾਨ ਪਰਿਸ਼ਦ ਜੇ ਉਸ ਬਿੱਲ 'ਤੇ ਉਸ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਉਹ ਬਿੱਲ ਰਾਜਪਾਲ ਦੇ ਸਾਈਨਾਂ ਲਈ ਭੇਜਿਆ ਜਾਂਦਾ। ਪਰੰਤੂ ਵਿਧਾਨ ਪਰਿਸ਼ਦ ਹੈ ਜਿਹੜੀ ਉਹ 3 ਤਰ੍ਹਾਂ ਦੀਆਂ ਰੋਕਾਂ ਵੀ ਲਾ ਸਕਦੀ ਹੈ। ਬਿੱਲ ਰੱਦ ਕਰ ਸਕਦੀ ਹੈ, ਬਿੱਲ 'ਤੇ ਕੋਈ ਸੋਧਾਂ ਕਰ ਸਕਦੀ ਹੈ। ਉਹ ਸੋਧਾਂ ਜਿਹੜੀਆਂ ਵਿਧਾਨ ਸਭਾ ਨੂੰ ਮਨਜ਼ੂਰ ਨਾ ਹੋਣ, ਤੇ ਹੋ ਸਕਦਾ 3 ਮਹੀਨੇ ਤੱਕ ਕੋਈ ਕਾਰਵਾਈ ਹੀ ਨਾ ਕਰੇ, ਭਾਵ 1 ਜਨਵਰੀ ਤੋਂ 1 ਅਪ੍ਰੈਲ ਤੱਕ 3 ਮਹੀਨੇ ਤੱਕ ਕੋਈ ਕਾਰਵਾਈ ਹੀ ਨਾ ਕਰੇ। ਜੇ ਇਹਨਾਂ 'ਚੋਂ ਕੁਝ ਵੀ ਹੁੰਦਾ ਤਾਂ
ਵਿਧਾਨ ਸਭਾ ਬਿੱਲ ਨੂੰ ਦੁਬਾਰਾ ਪਾਸ ਕਰ ਸਕਦੀ ਹੈ। ਜੇ ਬਿੱਲ ਰੱਦ ਕੀਤਾ ਤਾਂ ਨਾਲ ਦੀ ਨਾਲ ਪਾਸ ਕਰ ਸਕਦੀ ਹੈ। ਵਿਧਾਨ ਸਭਾ ਸੋਧਾਂ ਕੀਤੀਆਂ ਨੇ ਤਾਂ ਨਾਲ ਦੀ ਨਾਲ ਵਿਚਾਰ ਕਰ ਸਕਦੀ ਹੈ, ਸੋਧਾਂ ਨੂੰ ਪ੍ਰਵਾਨ ਜਾਂ ਅਪਰਵਾਨ ਕਰ ਸਕਦੀ ਹੈ। ਜੇ 3 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਭਾਵ 1 ਅਪ੍ਰੈਲ ਤੱਕ ਕੋਈ ਕਾਰਵਾਈ ਨਹੀਂ ਕੀਤੀ, ਤਾਂ 1 ਅਪ੍ਰੈਲ ਤੋਂ ਬਾਅਦ ਕਦੇ ਵੀ ਬਿੱਲ ਨੂੰ ਦੁਬਾਰਾ ਪਾਸ ਕਰ ਸਕਦੀ ਹੈ। ਜੇ ਅਸੀਂ ਮੰਨ ਲੈਂਦੇ ਕਿ 10 ਤਰੀਕ ਨੂੰ 10 ਅਪ੍ਰੈਲ ਨੂੰ ਵਿਧਾਨ ਸਭਾ ਨੇ ਫਿਰ ਬਿੱਲ ਨੂੰ ਪਾਸ ਕਰਤਾ ਅਤੇ ਵਿਧਾਨ ਸਭਾ ਨੇ ਬਿੱਲ ਪਾਸ ਕਰਕੇ ਫਿਰ ਵਿਧਾਨ ਪਰਿਸ਼ਦ ਨੂੰ ਭੇਜਿਆ। ਇੱਥੇ ਵੀ ਜੇ ਵਿਧਾਨ ਪਰਿਸ਼ਦ ਸਭ ਤੋਂ ਪਹਿਲਾਂ ਤਾਂ ਜੇ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਬਿੱਲ ਰਾਜਪਾਲ ਦੇ ਹਸਤਾਖਰਾਂ ਲਈ ਭੇਜ ਦਿੱਤਾ ਜਾਂਦਾ, ਪਰੰਤੂ 3 ਤਰ੍ਹਾਂ ਦੀਆਂ ਰੋਕਾਂ ਫਿਰ ਪਾ ਸਕਦੀ ਹੈ। ਬਿੱਲ ਨੂੰ ਰੱਦ ਕਰ ਸਕਦੀ ਹੈ, ਕੋਈ ਐਸੀ ਸੋਧ ਕਰ ਸਕਦੀ ਹੈ ਜਿਹਨੂੰ ਵਿਧਾਨ ਸਭਾ ਪ੍ਰਵਾਨ ਨਾ ਕਰੇ, ਹੋ ਸਕਦਾ 1 ਮਹੀਨੇ ਤੱਕ ਕੋਈ ਕਾਰਵਾਈ ਨਾ ਕਰੇ। ਇੱਥੇ ਸਮਾਂ 3 ਮਹੀਨੇ ਦਾ ਸੀ, ਇੱਥੇ ਸਮਾਂ ਸਿਰਫ 1 ਮਹੀਨੇ ਦਾ। 10 ਅਪ੍ਰੈਲ ਨੂੰ ਬਿੱਲ ਭੇਜਿਆ ਵਿਧਾਨ ਪਰਿਸ਼ਦ ਕੋਲ, 10 ਮਈ ਤੱਕ ਉਸਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਕੀ ਹੋ ਸਕਦਾ, ਜੇ ਬਿੱਲ ਰੱਦ ਕੀਤਾ ਸੀ, ਸੋਧਾਂ ਕੀਤੀਆਂ ਨੇ, 1 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਤਾਂ ਫਿਰ ਬਿੱਲ ਨੂੰ 1 ਮਹੀਨਾ ਬੀਤਣ ਤੋਂ ਬਾਅਦ ਉਸੇ ਰੂਪ ਵਿੱਚ ਪਾਸ ਸਮਝਿਆ ਜਾਂਦਾ ਜਿਸ ਤਰ੍ਹਾਂ ਵਿਧਾਨ ਸਭਾ ਨੇ ਦੂਸਰੀ ਵਾਰੀ ਪਾਸ ਕੀਤਾ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਿਧਾਨ ਪਰਿਸ਼ਦ ਜੋ ਹੈ ਉਹ ਬਿੱਲ 'ਤੇ ਕੁਛ ਟਾਈਮ ਰੋਕ ਤਾਂ ਲਾ ਸਕਦੀ ਹੈ। ਆਪਾਂ ਕਹਿ ਸਕਦੇ ਹਾਂ 4-5 ਮਹੀਨੇ ਤੱਕ ਬਿੱਲ ਨੂੰ ਰੋਕ ਕੇ ਰੱਖ ਸਕਦੀ ਹੈ, 3 ਮਹੀਨੇ 1 ਵਾਰੀ, 1 ਮਹੀਨਾ 1 ਵਾਰੀ, ਕੁਛ ਸਮਾਂ ਵਿਚਾਲੇ ਗੁਜ਼ਰ ਜਾਂਦਾ। ਇਹ 3 ਮਹੀਨਿਆਂ ਦੇ ਵਿੱਚ ਵਿਧਾਨ ਸਭਾ ਦੁਆਰਾ ਬਿੱਲ ਪਾਸ ਕਰਨ 'ਚ 4-5 ਮਹੀਨੇ ਤੱਕ ਬਿੱਲ ਰੋਕ ਸਕਦੀ ਹੈ, ਇਸ ਤੋਂ ਜ਼ਿਆਦਾ ਬਿੱਲ ਨਹੀਂ ਰੋਕ ਸਕਦੀ। ਇਸ ਤਰ੍ਹਾਂ ਇਹ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਆਪਸੀ ਸੰਬੰਧ ਨੇ, ਭਾਵ ਜਿਹੜੇ ਵਿਸ਼ਿਆਂ 'ਤੇ ਰਾਜ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਹੈ, ਉਹਨਾਂ ਵਿਸ਼ਿਆਂ 'ਤੇ ਕਾਨੂੰਨ ਬਣਾਉਣ ਦੀ ਸ਼ਕਤੀ ਅਸਲ ਰੂਪ ਵਿੱਚ ਵਿਧਾਨ ਸਭਾ ਕੋਲ ਹੁੰਦੀ ਹੈ, ਚਾਹੇ ਵਿਧਾਨ ਪਰਿਸ਼ਦ ਦਾ ਸਦਨ ਹੋਵੇ। ਵਿਧਾਨ ਸਭਾ ਦੀਆਂ ਅਸੀਂ ਪਹਿਲਾਂ ਵਿਧਾਨਕੀ ਸ਼ਕਤੀਆਂ ਡਿਸਕਸ ਕੀਤੀਆਂ ਨੇ ਕਿ ਕਿਹੜੇ ਵਿਸ਼ਿਆਂ 'ਤੇ ਰਾਜ ਕਾਨੂੰਨ ਬਣਾ ਸਕਦਾ, ਫਿਰ ਰਾਜਾਂ ਦੇ ਵਿੱਚ ਵਿਧਾਨ ਸਭਾ ਦੀ ਪੋਜੀਸ਼ਨ ਕੀ ਹੈ ਕਾਨੂੰਨ ਬਣਾਉਣ ਦੇ ਸੰਬੰਧ ਵਿੱਚ। ਹੁਣ ਅਸੀਂ ਡਿਸਕਸ ਕਰਾਂਗੇ ਵਿਧਾਨ ਸਭਾ ਦੀਆਂ ਕਾਰਜਕਾਰੀ ਸ਼ਕਤੀਆਂ ਜਾਂ ਕਾਰਜਪਾਲਿਕਾ ਅਤੇ ਕੰਟਰੋਲ। ਕਾਰਜਪਾਲਿਕਾ ਹੁੰਦੀ ਹੈ ਰਾਜ ਦੀ ਮੰਤਰੀ ਪਰਿਸ਼ਦ, ਜਿਹਨੂੰ ਆਪਾਂ ਆਮ ਭਾਸ਼ਾ 'ਚ ਸਰਕਾਰ ਕਹਿ ਦਿੰਦੇ ਹਾਂ। ਮੰਤਰੀ ਪਰਿਸ਼ਦ, ਮੁੱਖ ਮੰਤਰੀ, ਇਸ ਨੂੰ ਅਸੀਂ ਕਾਰਜਪਾਲਿਕਾ ਕਹਿੰਦੇ ਹਾਂ। ਇਹਦੇ 'ਤੇ ਵਿਧਾਨ ਸਭਾ ਕੀ ਕੰਟਰੋਲ ਕਰਦੀ ਹੈ, ਕਿਉਂਕਿ ਮੰਤਰੀ ਵਿਧਾਨ ਸਭਾ 'ਚ ਜਾਂ ਵਿਧਾਨ ਪਰਿਸ਼ਦ 'ਚ ਬੈਠਦੇ ਨੇ। ਬਹੁਤੇ ਰਾਜਾਂ 'ਚ ਵਿਧਾਨ ਸਭਾ ਇਕੱਲੀ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ, ਵਿਧਾਨ ਸਭਾ ਦੇ ਮੈਂਬਰ ਹੁੰਦੇ ਨੇ। ਇਸ ਲਈ ਵਿਧਾਨ ਸਭਾ ਦਾ ਕੋਈ ਵੀ ਮੈਂਬਰ ਹੈ ਜਿਹੜਾ ਉਹ ਕਿਸੇ ਵੀ ਮੰਤਰੀ ਨੂੰ ਕੋਈ ਸਵਾਲ ਪੁੱਛ ਸਕਦਾ। ਹਰ ਰੋਜ਼ 1 ਘੰਟਾ ਜਿਹੜਾ ਉਹ ਜਿਸ ਦਿਨ ਵੀ ਮੀਟਿੰਗ ਹੁੰਦੀ ਹੈ ਵਿਧਾਨ ਸਭਾ ਦੀ, ਕੁਐਸਚਨ ਆਵਰ ਦੇ ਰੂਪ ਵਿੱਚ ਰੱਖਿਆ ਜਾਂਦਾ, ਸਵਾਲਾਂ ਦੇ ਸਮੇਂ ਦੇ ਰੂਪ 'ਚ ਰੱਖਿਆ ਜਾਂਦਾ। ਇਸ ਸਮੇਂ ਦੇ ਵਿੱਚ ਮੰਤਰੀਆਂ ਨੂੰ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦੇ ਡਿਪਾਰਟਮੈਂਟਸ ਦੀ ਵਰਕਿੰਗ ਸੰਬੰਧੀ, ਅਤੇ ਮੰਤਰੀਆਂ ਨੂੰ ਜਵਾਬ ਦੇਣੇ ਪੈਂਦੇ ਨੇ। ਦੂਸਰੀ ਹੈ ਵਿਧਾਨ ਸਭਾ ਦੀ ਸ਼ਕਤੀ। ਜਦੋਂ ਕਿਸੇ ਵਿਸ਼ੇ 'ਤੇ ਬਹਿਸ ਹੁੰਦੀ ਆ ਤਾਂ ਵਿਰੋਧੀ ਧਿਰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਸਰਕਾਰ ਨੂੰ ਉਸ ਦੀ ਜਸਟੀਫਿਕੇਸ਼ਨ ਦੇਣੀ ਪੈਂਦੀ ਹੈ, ਸਰਕਾਰ ਨੂੰ ਜਵਾਬ ਦੇਣਾ ਪੈਂਦਾ। ਅਤੇ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਪ੍ਰੈਸ ਰਾਹੀਂ, ਸੰਚਾਰ ਸਾਧਨਾਂ ਰਾਹੀਂ ਲੋਕਾਂ ਤੱਕ ਪਹੁੰਚਦੀਆਂ ਨੇ। ਸਰਕਾਰ ਜੇ ਤਸੱਲੀ ਬਖਸ਼ ਜਵਾਬ ਨਹੀਂ ਦੇਵੇਗੀ ਤਾਂ ਇਹਦਾ ਮਤਲਬ ਹੈ ਕਿ ਸਰਕਾਰ ਹੈ ਜਿਹੜੀ ਉਹ ਅਸਫਲ ਸਰਕਾਰ ਹੈ। ਤੀਸਰਾ ਹਥਿਆਰ ਹੈ ਵਿਧਾਨ ਸਭਾ ਕੋਲ ਸਥਗਨ ਮਤਾ। ਜਦੋਂ ਕੋਈ ਐਸਾ ਵਿਸ਼ਾ ਪੈਦਾ ਹੁੰਦਾ, ਐਸਾ ਇਸ਼ੂ ਪੈਦਾ ਹੁੰਦਾ ਜਿਹੜਾ ਜਨਤਕ ਮਹੱਤਤਾ ਵਾਲਾ, ਜਿੱਥੇ ਸਾਰੀ ਸਰਕਾਰ ਦਾ ਧਿਆਨ ਦਿਵਾਏ ਜਾਣ ਦੀ ਜ਼ਰੂਰਤ ਹੈ, ਜਾਂ ਜਿੱਥੇ ਵਿਰੋਧੀ ਧਿਰ ਨੂੰ ਲੱਗਦਾ ਕਿ ਸਰਕਾਰ ਇਸ ਵਿਸ਼ੇ 'ਤੇ ਸਹੀ ਕਦਮ ਲੈਣ ਵਿੱਚ ਅਸਫਲ ਹੋਈ ਆ, ਤਾਂ ਵਿਰੋਧੀ ਧਿਰ ਦਾ ਕੋਈ ਵੀ ਮੈਂਬਰ ਹੈ ਜਿਹੜਾ ਵਿਧਾਨ ਸਭਾ ਦਾ ਕੋਈ ਵੀ ਮੈਂਬਰ ਹੈ, ਅਸੀਂ ਵੈਸੇ ਚੁੱਕਦਾ ਹੈ ਜਾਂ ਵਿਸ਼ੇ ਨੂੰ ਵਿਰੋਧੀ ਧਿਰ ਦੇ ਮੈਂਬਰ ਹੀ ਨੇ, ਵਿਧਾਨ ਸਭਾ ਦਾ ਵੈਸੇ ਕੋਈ ਵੀ ਮੈਂਬਰ ਹੈ ਜਿਹੜਾ ਉਹ ਸਥਗਨ ਮਤਾ ਪੇਸ਼ ਕਰ ਸਕਦਾ। ਸਥਗਨ ਮਤੇ ਦੀ ਜਦੋਂ ਪ੍ਰਵਾਨਗੀ ਮਿਲ ਜਾਂਦੀ ਹੈ ਫਿਰ ਉਸ 'ਤੇ ਬਹਿਸ ਹੁੰਦੀ ਹੈ ਅਤੇ ਸਰਕਾਰ ਦੁਆਰਾ ਨਿਭਾਈ ਜਾ ਰਹੀ ਜਿਹੜੀ ਜ਼ਿੰਮੇਵਾਰੀ ਹੈ, ਸਰਕਾਰ ਕੀ ਕਾਰਗੁਜ਼ਾਰੀ ਹੈ ਸਰਕਾਰ ਦੀ, ਉਸ ਸੰਬੰਧੀ ਵਿਵੇਚਨਾ ਹੁੰਦੀ ਹੈ। ਇਸ ਤਰ੍ਹਾਂ ਸਥਗਨ ਮਤੇ 'ਤੇ ਵਿਧਾਨ ਸਭਾ ਨੂੰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ। ਅੱਗੇ ਹੈ ਧਿਆਨ ਦਿਵਾਊ ਮਤਾ। ਵਿਧਾਨ ਸਭਾ ਦਾ ਕੋਈ ਮੈਂਬਰ ਕਿਸੇ ਵੀ ਵਿਸ਼ੇਸ਼ ਮੰਤਰੀ ਦਾ ਧਿਆਨ ਉਸ ਦੇ ਡਿਪਾਰਟਮੈਂਟ ਨਾਲ ਸੰਬੰਧਿਤ ਕਿਸੇ ਵਿਸ਼ੇ ਵੱਲ ਦਿਵਾ ਸਕਦਾ, ਅਤੇ ਜਦੋਂ ਕਿਸੇ ਵਿਸ਼ੇ ਵੱਲ ਧਿਆਨ ਦਿਵਾਇਆ ਜਾਂਦਾ ਤਾਂ ਮੰਤਰੀ ਦੀ ਫਿਰ ਜ਼ਿੰਮੇਵਾਰੀ ਹੁੰਦੀ ਆ, ਮੰਤਰੀ ਉਸ ਵਿਸ਼ੇ ਸੰਬੰਧੀ ਆਪਣੀ ਸਫਾਈ ਵਿੱਚ ਸੰਖੇਪ ਬਿਆਨ ਦੇ ਸਕਦਾ ਜਾਂ ਬਿਆਨ ਦੇਣ ਲਈ ਸਮਾਂ ਮੰਗ ਸਕਦਾ। 5ਵਾਂ ਹੈ ਨਿੰਦਾ ਮਤਾ, ਸੈਂਸਰ ਮੋਸ਼ਨ। ਵਿਧਾਨ ਸਭਾ ਕਿਸੇ ਮੰਤਰੀ ਖਿਲਾਫ ਜਾਂ ਸਾਰੇ ਮੰਤਰੀ ਪਰਿਸ਼ਦ ਖਿਲਾਫ ਨਿੰਦਾ ਮਤਾ ਪਾਸ ਕਰ ਸਕਦੀ ਹੈ। ਜੇ ਨਿੰਦਾ ਮਤਾ ਪਾਸ ਹੋ ਜੇ ਤਾਂ ਇਹ ਮੰਤਰੀ ਪਰਿਸ਼ਦ ਲਈ ਇੱਕ ਕਲੰਕਿਤ ਹੋਣ ਵਾਲੀ ਗੱਲ ਹੋ ਜਾਂਦੀ ਹੈ। ਨਿੰਦਾ ਮਤਾ ਜਦੋਂ ਲਿਆਂਦਾ ਜਾਂਦਾ ਇਹਦੇ 'ਤੇ ਬਹਿਸ ਹੁੰਦੀ ਹੈ, ਸਰਕਾਰ ਦੀਆਂ ਕਮੀਆਂ ਉਜਾਗਰ ਕੀਤੀਆਂ ਜਾਂਦੀਆਂ ਨੇ,
परंतु पास होने के बहुते चांस नहीं होंगे, क्योंकि सरकार है जो उहदे कोल विधान सभा दे विच मेजोरिटी हुंदी है। कार्यपालिका ते कंट्रोल दीआं अगेम विधियां ने अविश्वास का मता जां बेविश्वासी का मता, ये सब तो शक्तिशाली हथियार है विधान सभा कोल। विधान सभा किसी भी समय सरकार के खिलाफ बेविश्वासी का मता पास कर सकती है। जे बेविश्वासी का मता पास हो जाए किसी भी मंत्री खिलाफ जां सरकार के खिलाफ, तो सारी सरकार नूं, सारे मंत्री परिषद नूं इस्तीफा देना पैंदा है। इस तरह विधान सभा सरकार नूं तोड़ भी सकती है कदे भी। ते आखिरी हथियार है सरकारी बिल रद्द करना। बिल कोई भी मैंबर पेश कर सकता है विधान सभा दे विच, कोई आम मैंबर भी, कोई मंत्री भी। जिहड़ा बिल किसी मंत्री ने पेश किया उस बिल नूं सरकारी बिल कहा जाता। जे सरकारी बिल विधान सभा रद्द कर देवे तो इसका अर्थ भी यही लिया जाता कि विधान सभा नूं मंत्रियों दे विच विश्वास नहीं रहा, ते जे विश्वास नहीं रहा तो फिर मंत्री परिषद नूं इस्तीफा देना पैंदा। अगे है विधान सभा दीआं ਵਿੱਤੀ शक्तियां। ਵਿੱਤੀ ਖੇਤਰ ਦੇ ਵਿੱਚ ਅਸੀਂ ਦੇਖਿਆ ਪਹਿਲਾਂ ਵਿਧਾਨਕੀ ਖੇਤਰ ਦੇ ਵਿੱਚ ਵਿਧਾਨ ਸਭਾ ਕੋਲ ਸ਼ਕਤੀ ਜ਼ਿਆਦਾ, ਵਿਧਾਨ परिषद ਕੋਲ ਸ਼ਕਤੀ ਘੱਟ ਆ। परंतु ਵਿੱਤੀ ਖੇਤਰ ਦੇ ਵਿੱਚ ਸਾਰੀ ਸ਼ਕਤੀ ਵਿਧਾਨ ਸਭਾ ਕੋਲ ਹੀ ਹੈ, ਵਿਧਾਨ परिषद ਕੋਲ ਕੋਈ ਵੀ ਸ਼ਕਤੀ ਨਹੀਂ ਹੈ। ਵਿਧਾਨ परिषद ਦੇ ਵਿੱਚ ਕੋਈ ਵੀ ਵਿੱਤ ਬਿੱਲ ਹੈ ਜਿਹੜਾ, ਕੋਈ ਵੀ ਮਨੀ ਬਿੱਲ ਹੈ ਜਿਹੜਾ, ਉਹ ਸ਼ੁਰੂ ਨਹੀਂ ਹੋ ਸਕਦਾ। ਮਨੀ ਬਿੱਲ ਹਮੇਸ਼ਾ, ਸੰਵਿਧਾਨ ਬਿੱਲ ਹਮੇਸ਼ਾ ਵਿਧਾਨ ਸਭਾ ਵਿੱਚ ਹੀ ਆਰੰਭ ਹੁੰਦਾ। विधान सभा पास कर दी है, फिर पास करके विधान परिषद में भेजा जाता। जे असीं मान लीए कि 1 फरवरी को विधान कोई बिल, धन बिल पास करके विधान परिषद में भेजा गया, तो विधान परिषद की कर सकती है? यह सौदा की सिफारिश कर सकती है। सौदा कर नहीं सकती, सौदा की सिर्फ सिफारिश, रिकमेंडेशन कर सकती है, जां हो सकता 14 दिन तक उहदे ते कोई कार्रवाई भी ना करे। जे सौदा की सिफारिश करती तो बिल फिर विधान सभा को आउंदा। विधान सभा उन्हां चों किसी सोध नूं प्रवान कर लैंदी है तो उस सोध समेत पास समझा जाता बिल। किसी नूं प्रवान नहीं करती तो बिना सोधा तो ही प्रवान समझा जाता, जिस तरह विधान सभा ने पास किया। जे 14 दिन तक, भाव 1 फरवरी तो 14 फरवरी तक कोई भी कार्रवाई नहीं की विधान सभा ने, तो बिल उस तरह तो ही सदन द्वारा पास समझा जाता जिस तरह विधान सभा ने पास करके भेजा सी। इस तरह वित्ती खेत्र दे विच सारी शक्ति है जो पैसे के खेत्र में टैक्स किवें लाए जाणगे, किवें पैसों की कलैक्शन होएगी, किवें पैसे खर्चे जाएंगे सरकारी खजाने चों, वो सारा जिहड़ा अधिकार खेत्र है वो विधान सभा कोल ही हुंदा जिस राज विच विधान परिषद होवे। अगे है संविधानक शक्ति। संविधानक शक्तियां दा भाव है संविधान दे विच सोध करनी आ, तां विधान सभा कोल उस संबंधी भी कुछ शक्तियां ने। असीं जाणदे हां कि संविधान दे बहुते हिस्सिਆਂ ਵਿੱਚ सोध है जिहड़ी साडी केंद्री पार्लीमेंट करदी है, संसद कर लैंदी है, राज्यां तक पहुंचण ਦੀ ਜ਼ਰੂਰਤ नहीं पैंदी। परंतु साडे संविधान के कुछ हिस्से इस तरह के ने जिन्हां दे विच जे संसद सोध करना चाहे तो संसद पहला बिल पास करती है, फिर घट्टो घट्ट अद्धे राज्यों के जो विधान मंडल पास करन फिर वो राष्ट्रपति के हस्ताक्षरां लई भेजा जाता। उस तो बिना नहीं भेजा जा सकता। वो किहड़े विषय ने मुख्य तौर पर इन्हां विच ने राष्ट्रपति की चोण का जो प्रोसैस है उहदे विच कोई तब्दीली करनी होगी। संघ की कार्यकारी शक्ति का विस्तार है, दस्सिया गया है आर्टिकल 73 दे विच कि संघ की कार्यकारी शक्ति कितों तक होएगी, उसका कोई विस्तार करना, उसनूं घटाउणा, तां भी बिल है जिहड़ा वो राज्यां कोल भेजना पैना। सुप्रीम कोर्ट नाल संबंधित चैप्टर है, हाई कोर्ट नाल संबंधित चैप्टर है संविधान विच। 7वीं अनुसूची है जिहदे विच विषयां की वंड की गई है कि किस विषय संबंधी केंद्र कानून बनाएगा, किस विषय संबंधी राज बनाउणगे, राज्यां दी संसद विच प्रतिनिधित्व आदि अजिहे कुछ विषय ने गिणवे चुणवे जिन्हां दे विच कोई चेंज करनी होवे तां बिल पहला संसद पास करती है, फिर राज्यां कोल भेजा जाता। राज्यां जिथे विधान सभावां जिथे दोवें सदन विचार करके उस बिल नूं पास जां फेल कर सकते हैं। जे अद्धे राज्यां ने पास करता घट्टो घट्ट तां ओह बिल है जिहड़ा राष्ट्रपति के हस्ताक्षरां लई भेजा जाता। इस तो बिना कुछ इलैक्टोरल पावर्स भी ने विधान सभा कोल। कुछ चोणां दे विच हिस्सा लैंदी है विधान सभा, जिहदे विच साडा सब तो वड्डा अहुदा है राष्ट्रपति। किसी राज विचों राज सभा लई जो मैंबर चुन के जाते हैं उन्हां मैंबरां दी चोण विधान सभा दे मैंबर करते हैं। अपने स्पीकर और डिप्टी स्पीकर जो ये अपने अधिकारी होंगे ने विधान सभा के, उन्हां दी चोण विधान सभा करती है। जिस राज दे विच 2 हाउस होण विधान सभा के नाल विधान परिषद भी होवे तां विधान परिषद के 1/3 मैंबर ने जिहड़े उन्हां दी चोण विधान सभा के मैंबर करते हैं।
ਇਹ ਕੁਝ ਚੋਣਾਂ ਨਾਲ ਸੰਬੰਧਿਤ ਸ਼ਕਤੀਆਂ ਨੇ ਵਿਧਾਨ ਸਭਾ ਦੀਆਂ। ਅੱਗੇ ਕੁਝ ਸ਼ਕਤੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਖਾਸ ਵਰਗ ਦੇ ਵਿੱਚ ਨਹੀਂ ਰੱਖ ਸਕਦੇ। ਜਿਵੇਂ ਵਿਧਾਨ ਪਰਿਸ਼ਦ ਜਿਸ ਰਾਜ ਵਿੱਚ ਹੈ, ਜੇ ਉਸ ਨੂੰ ਖਤਮ ਕਰਨਾ ਤਾਂ ਵੀ ਉਹ ਤਾਂ ਕੀਤਾ ਜਾ ਸਕਦਾ ਹੈ ਜੇ ਵਿਧਾਨ ਸਭਾ ਇਸ ਸੰਬੰਧੀ ਮਤਾ ਪਾਸ ਕਰੇ। ਜਿਸ ਰਾਜ ਦੇ ਵਿੱਚ ਵਿਧਾਨ ਪਰਿਸ਼ਦ ਨਹੀਂ ਹੈ, ਉੱਥੇ ਸਥਾਪਿਤ ਕਰਨੀ ਹੈ ਤਾਂ ਵੀ ਸੰਸਦ ਤਾਂ ਵਿਧਾਨ ਪਰਿਸ਼ਦ ਸਥਾਪਿਤ ਕਰ ਸਕਦੀ ਹੈ ਜੇ ਵਿਧਾਨ ਸਭਾ ਇਸ ਸੰਬੰਧੀ ਮਤਾ ਪਾਸ ਕਰੇ। ਇਹ ਜਿਹੜਾ ਮਤਾ ਹੈ ਵਿਧਾਨ ਸਭਾ ਦੀ 2/3 ਮੈਜੋਰਟੀ ਨਾਲ ਪਾਸ ਕੀਤਾ ਜਾਂਦਾ ਤਾਂ ਸੰਸਦ ਇਸ ਤੇ ਕਾਰਵਾਈ ਕਰਦੀ ਹੈ। ਇਸ ਤੋਂ ਬਿਨਾਂ ਵਿਧਾਨ ਸਭਾ ਆਪਣੇ ਕਿਸੇ ਮੈਂਬਰ ਨੂੰ ਮੁਅੱਤਲ ਕਰ ਸਕਦੀ ਹੈ, ਸਸਪੈਂਡ ਕਰ ਸਕਦੀ ਹੈ ਜਿਹੜਾ ਕਾਰਵਾਈ ਵਿੱਚ ਵਿਘਨ ਪਾਉਂਦਾ ਹੋਵੇ, ਕੋਈ ਡਿਸਿਪਲਿਨ ਭੰਗ ਕਰਦਾ ਹੋਵੇ, ਤੇ ਮੈਂਬਰਾਂ ਤੋਂ ਬਿਨਾਂ ਕੋਈ ਹੋਰ ਬਾਹਰਲਾ ਵਿਅਕਤੀ ਜਿਸ ਨੇ ਸਦਨ ਦੀ ਨਰਾਦਰੀ ਕੀਤੀ ਹੋਵੇ ਉਸ ਨੂੰ ਵੀ ਵਿਧਾਨ ਸਭਾ ਕੋਈ ਸਜ਼ਾ ਦੇ ਸਕਦੀ ਹੈ। ਇਹ ਵਿਧਾਨ ਸਭਾ ਦੀਆਂ ਮੁੱਖ ਸ਼ਕਤੀਆਂ ਨੇ। ਤੇ ਲਾਸਟ ਤੇ ਅਸੀਂ ਕਨਕਲੂਡ ਕਰ ਸਕਦੇ ਹਾਂ ਕਿ ਵਿਧਾਨ ਸਭਾ ਰਾਜ ਪੱਧਰ ਤੇ ਸਾਡੇ ਸ਼ਾਸਨ ਪ੍ਰਬੰਧ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਜਿਵੇਂ ਕੇਂਦਰ ਵਿੱਚ ਲੋਕ ਸਭਾ ਸਾਡਾ ਸ਼ਾਸਨ ਪ੍ਰਬੰਧ ਦਾ ਧੁਰਾ, ਸੰਸਦੀ ਪ੍ਰਣਾਲੀ ਦਾ ਧੁਰਾ, ਉਸੇ ਤਰ੍ਹਾਂ ਰਾਜ ਵਿੱਚ ਵਿਧਾਨ ਸਭਾ ਹੈ ਜਿਹੜੀ ਉਹ ਸੰਸਦੀ ਪ੍ਰਣਾਲੀ ਦਾ ਸਾਡੇ ਸ਼ਾਸਨ ਪ੍ਰਬੰਧ ਦਾ ਧੁਰਾ। ਜਿਸ ਪਾਰਟੀ ਨੂੰ ਵਿਧਾਨ ਸਭਾ ਦੇ ਵਿੱਚ ਬਹੁਮਤ ਹੁੰਦਾ, ਉਸੇ ਹੀ ਪਾਰਟੀ ਦੇ ਵਿੱਚੋਂ ਮੰਤਰੀ ਪਰਿਸ਼ਦ ਬਣਦੀ ਹੈ, ਕਾਰਜਪਾਲਿਕਾ ਬਣਦੀ ਹੈ। ਮੰਤਰੀ ਪਰਿਸ਼ਦ ਵਿਧਾਨ ਸਭਾ ਨੂੰ ਹੀ ਜਵਾਬਦੇਹ ਹੁੰਦੀ ਹੈ। ਜੇ ਵਿਧਾਨ ਪਰਿਸ਼ਦ ਹੋਵੇ ਵੀ ਉਸ ਨੂੰ ਜਵਾਬਦੇਹ ਨਹੀਂ ਹੁੰਦੀ। ਮੰਤਰੀ ਪਰਿਸ਼ਦ ਤੇ ਜਿਹੜਾ ਕੰਟਰੋਲ ਹੈ ਉਹ ਵੀ ਵਿਧਾਨ ਸਭਾ ਦਾ ਹੈ। ਰਾਜ ਦੇ ਪੈਸੇ ਤੇ ਕੰਟਰੋਲ ਉਹ ਵੀ ਵਿਧਾਨ ਸਭਾ ਦਾ। ਤੇ ਵਿਧਾਨਕੀ ਖੇਤਰ ਵਿੱਚ ਵੀ ਜੇ ਦੋਵਾਂ ਨੂੰ ਕੰਪੇਅਰ ਕਰੀਏ ਅਸੀਂ ਵਿਧਾਨ ਸਭਾ ਤੇ ਵਿਧਾਨਕ ਪਰਿਸ਼ਦ, ਤਾਂ ਵਿਧਾਨ ਸਭਾ ਕੋਲ ਜ਼ਿਆਦਾ ਸ਼ਕਤੀਆਂ ਨੇ, ਵਿਧਾਨ ਪਰਿਸ਼ਦ ਕੋਲ ਨਾ ਮਾਤਰ ਸ਼ਕਤੀਆਂ ਨੇ। ਇਸ ਤਰ੍ਹਾਂ ਵਿਧਾਨ ਸਭਾ ਹੀ ਸਰਕਾਰ ਦਾ, ਰਾਜ ਦਾ ਅਸਲ ਰੂਪ ਦੇ ਵਿੱਚ ਵਿਧਾਨ ਮੰਡਲ ਹੁੰਦਾ। ਜਿੱਥੇ ਵਿਧਾਨ ਪਰਿਸ਼ਦ ਹੈ ਉੱਥੇ ਵੀ ਵਿਧਾਨ ਸਭਾ ਹੀ ਵਿਧਾਨ ਮੰਡਲ ਹੈ। ਜਿੱਥੇ ਵਿਧਾਨ ਪਰਿਸ਼ਦ ਨਹੀਂ ਹੈ ਉੱਥੇ ਵੀ ਵਿਧਾਨ ਸਭਾ ਹੀ ਵਿਧਾਨ ਮੰਡਲ ਹੈ। ਵਿਧਾਨ ਸਭਾ ਰਾਜ ਦੀ ਸੰਸਦੀ ਪ੍ਰਣਾਲੀ ਦਾ ਅਸੀਂ ਕਹਿ ਸਕਦੇ ਹਾਂ ਮੁੱਖ ਧੁਰਾ ਹੁੰਦੀ ਹੈ। ਥੈਂਕਸ ਫਾਰ ਵਾਚਿੰਗ। ਗੁੱਡ ਲੱਕ।